हेलो फ्रेंड्स, दिस इज हरविंदर सिंह एंड वेलकम टू द YouTube चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12th ਜਨਰਲ ਇੰਗਲਿਸ਼ ਦੇ ਸੈਕਸ਼ਨ A ਵਿੱਚੋਂ ਮੋਸਟ ਇੰਪੋਰਟੈਂਟ ਲੌਂਗ ਕੁਐਸਚਨ ਆਨਸਰ। ਸੈਕਸ਼ਨ A ਵਿੱਚ ਸਾਡੇ ਜਿੰਨੇ ਵੀ ਪਾਰਟਸ ਹੈਗੇ ਨੇ ਉਸ ਵਿੱਚ ਜਿੰਨੇ ਵੀ ਮੋਸਟ ਇੰਪੋਰਟੈਂਟ ਲੌਂਗ ਕੁਐਸਚਨ ਆਨਸਰਸ ਹੈਗੇ ਹਨ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਤੇ ਦੋਸਤੋ, ਇਸ ਤੋਂ ਇਲਾਵਾ ਅਸੀਂ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮਾਡਲ ਟੈਸਟ ਪੇਪਰ ਵੀ ਅਪਲੋਡ ਕੀਤੇ ਹਨ ਤੇ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ। ਤੇ ਜਨਰਲ ਇੰਗਲਿਸ਼ ਤੋਂ ਇਲਾਵਾ ਪੰਜਾਬੀ ਦੀ ਵੀ ਵੀਡੀਓਜ਼ ਆਪ ਸਾਰਿਆਂ ਨੂੰ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮਿਲ ਜਾਣਗੇ। ਆਓ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾ ਕੁਐਸਚਨ ਹੈ, ਡਰਾ ਬਰੀਫ ਕੈਰੈਕਟਰ ਸਕੈਚ ਆਫ ਹਸਨ। ਕਿ ਹਸਨ ਅਟੈਂਡੈਂਸ ਪ੍ਰੋਬਲਮ ਦਾ ਜਿਹੜਾ ਕੈਰੈਕਟਰ ਹੈ ਹਸਨ, ਤੇ ਅਸੀਂ ਉਸਦੇ ਕੈਰੈਕਟਰ ਸਕੈਚ ਦੇ ਬਾਰੇ ਲਿਖਣਾ, ਉਸਦਾ ਪਾਤਰ ਚਿਤਰਨ ਕਰਨਾ। ਤੇ ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ? ਹਸਨ ਵਾਸ ਅ ਕਾਲਜ ਸਟੂਡੈਂਟ। He was a bright student but was irregular in studies. He was hardly ever present in class and was always short of attendance. He used to laugh at hardworking students and call them nerds. He would spend all his night listening to music and chatting with friends. When he grew up, nobody liked him in the office because of his bad behavior. He finally became a salesman of a computer software. The narrator encouraged him to work hard in life and he promised to follow her advice. ਤੇ ਕੀ ਹੋਇਆ ਸੀਗਾ ਕਿ ਜਿਹੜਾ ਹਸਨ ਹੈ ਉਹ ਕਾਲਜ ਸਟੂਡੈਂਟ ਸੀਗਾ, ਉਹ ਬ੍ਰਾਈਟ ਸਟੂਡੈਂਟ ਸੀਗਾ, ਬਟ ਉਹ ਇਰੈਗੂਲਰ ਹੁੰਦਾ ਸੀਗਾ। ਮੀਨਸ ਕਿ ਰੈਗੂਲਰਲੀ ਕਲਾਸ ਨਹੀਂ ਸੀ ਅਟੈਂਡ ਕਰਦਾ ਤੇ ਇਸ ਕਰਕੇ ਉਸਦੀ ਅਟੈਂਡੈਂਸ ਹਮੇਸ਼ਾ ਸ਼ਾਰਟ ਹੀ ਰਹਿੰਦੀ ਸੀ। ਤੇ ਉਹ ਹਾਰਡ ਵਰਕਿੰਗ ਸਟੂਡੈਂਟ ਸੇ ਹੱਸਦਾ ਸੀਗਾ ਤੇ ਉਹਨਾਂ ਨੂੰ ਨਰਡਸ ਕਹਿੰਦਾ ਸੀਗਾ। ਤੇ ਉਹ ਪੂਰੀ ਰਾਤ ਉਹ ਗਾਣੇ ਸੁਣਦਾ ਸੀਗਾ, 뮤직 ਸੁਣਦਾ ਸੀਗਾ ਤੇ ਫਰੈਂਡਸ ਨਾਲ ਚੈਟਿੰਗ ਹੈ ਉਹ ਕਰਦਾ ਸੀਗਾ। ਤੇ ਜਦੋਂ ਵੱਡਾ ਹੋਇਆ ਤੇ ਆਫਿਸ ਵਿੱਚ ਉਸਨੂੰ ਕੋਈ ਪਸੰਦ ਨਹੀਂ ਸੀ ਕਰਦਾ ਤੇ ਫਾਈਨਲੀ ਉਹ ਕੰਪਿਊਟਰ ਸੌਫਟਵੇਅਰ ਦਾ ਸੇਲਸਮੈਨ ਬਣ ਗਿਆ। ਤੇ ਨਰੇਟਰ ਨੇ, ਸੁਧਾ ਮੂਰਤੀ ਜੀ ਨੇ ਉਸਨੂੰ ਐਨਕਰੇਜ ਕੀਤਾ ਕਿ ਵਰਕ ਹਾਰਡ ਕਰੇ ਲਾਈਫ ਵਿੱਚ, ਤੇ ਉਹਨੇ ਕਿਹਾ ਕਿ ਉਹਨਾਂ ਦੀ ਐਡਵਾਈਸ ਨੂੰ ਉਹ ਫੋਲੋ ਕਰੇਗਾ। ਤੇ ਸੈਕੰਡ ਕੁਐਸਚਨ ਹੈ, ਡਰਾ ਕੈਰੈਕਟਰ ਸਕੈਚ ਆਫ ਦ ਨਰੇਟਰ ਸੁਧਾ ਮੂਰਤੀ। ਤੇ ਹੁਣ ਅਸੀਂ ਨਰੇਟਰ ਦੇ ਬਾਰੇ ਲਿਖਣਾ ਹੈ। ਦ ਨਰੇਟਰ ਸੁਧਾ ਮੂਰਤੀ ਇਜ਼ ਅ ਕੰਪਿਊਟਰ ਸਾਇੰਸ ਟੀਚਰ ਐਟ ਅ ਕਾਲਜ। ਸ਼ੀ ਇਜ਼ ਵੈਰੀ ਕਾਈਂਡ ਹਾਰਟਡ. She forgave Hassan, who was always irregular in attending classes. She considered her students as her own children. Whenever they sent her invitations, she attended their functions. She has positive attitude towards life. When she later met Hassan, she told him to change his habits and made him aware of his potential. She believed that excellence does not come by accident but by practice. She hoped her students to be successful in life. In the end, she felt pity for Hassan, who had failed in life. She gave him good advice to succeed in future. ਤੇ ਉਹ ਸਾਇੰਸ ਟੀਚਰ ਸੀਗੇ ਸੁਧਾ ਮੂਰਤੀ ਜੀ ਨਰੇਟਰ, ਤੇ ਉਹ ਇੱਕ ਕਾਲਜ ਵਿੱਚ ਸਾਇੰਸ ਟੀਚਰ ਸਨ ਤੇ ਉਹ ਬਹੁਤ ਹੀ ਜ਼ਿਆਦਾ ਕਾਈਂਡ ਹਾਰਟਡ ਸਨ। ਤੇ ਹਸਨ ਦੀ ਅਟੈਂਡੈਂਸ ਉਹ ਕਾਫੀ ਸ਼ਾਰਟ ਰਹਿੰਦੀ ਸੀ, ਫਿਰ ਵੀ ਉਹਨਾਂ ਨੇ ਹਸਨ ਨੂੰ ਮਾਫ ਕਰਤਾ, ਉਸਦੀ ਅਟੈਂਡੈਂਸ ਪੂਰੀ ਕਰਤੀ। ਤੇ ਉਹ ਆਪਣੇ ਸਟੂਡੈਂਟਸ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸਨ ਤੇ ਜਦੋਂ ਵੀ ਆਪਣੇ ਸਟੂਡੈਂਟ ਕਿਸੇ ਫੰਕਸ਼ਨ ਵਿੱਚ ਇਨਵਾਈਟ ਕਰਦੇ ਸਨ ਸੁਧਾ ਮੂਰਤੀ ਜੀ ਨੂੰ, ਤੇ ਉਹ ਹਮੇਸ਼ਾ ਫੰਕਸ਼ਨਸ ਨੂੰ ਅਟੈਂਡ ਕਰਦੇ ਸਨ। ਤੇ ਉਹਨਾਂ ਦਾ ਲਾਈਫ ਦੇ ਪ੍ਰਤੀ ਐਟੀਟਿਊਡ ਹੈ, ਜ਼ਿੰਦਗੀ ਦੇ ਪ੍ਰਤੀ ਜਿਹੜਾ ਨਜ਼ਰੀਆ ਉਹ ਵੀ ਬਹੁਤ ਪੋਜ਼ਿਟਿਵ ਸੀਗਾ। ਜਦੋਂ ਹਸਨ ਨੂੰ ਮਿਲਦੇ ਨੇ ਬਾਅਦ ਵਿੱਚ ਤੇ ਉਹਨਾਂ ਨੇ ਹਸਨ ਨੂੰ ਕਿਹਾ ਵੀ ਤੂੰ ਆਪਣੀ ਆਦਤਾਂ ਨੂੰ ਬਦਲ ਦੇ। ਤੇ ਸੁਧਾ ਮੂਰਤੀ ਜੀ ਦਾ ਇਹ ਮੰਨਣਾ ਸੀ ਕਿ ਜਿਹੜੀ ਐਕਸੀਲੈਂਸ ਹੈ, ਜਿਹੜੀ ਪਰਫੈਕਸ਼ਨ ਹੈ, ਉਹ ਐਕਸੀਡੈਂਟ ਨਾਲ ਨਹੀਂ, ਬਾਈ ਚਾਂਸ ਨਹੀਂ ਆਉਂਦੀ, ਉਹ ਪ੍ਰੈਕਟਿਸ ਨਾਲ ਆਉਂਦੀ ਹੈ। ਤੇ ਉਹ ਚਾਹੁੰਦੀ ਸੀ ਕਿ ਉਹਨਾਂ ਦੇ ਸਟੂਡੈਂਟਸ ਲਾਈਫ ਵਿੱਚ ਸਕਸੈਸਫੁਲ ਹੋਣ। ਤੇ ਹਸਨ ਲਈ ਉਹਨਾਂ ਦੇ ਮਨ ਵਿੱਚ ਕਾਫੀ ਦਇਆ ਆ ਰਹੀ ਸੀ ਤੇ ਉਹਨਾਂ ਨੇ ਹਸਨ ਨੂੰ ਐਡਵਾਈਸ ਦਿੱਤੀ ਵੀ ਉਹ ਲਾਈਫ ਵਿੱਚ ਸਕਸੈਸਫੁਲ ਹੈ, ਉਹ ਬਣ ਜਾਏ। ਤੇ ਹੁਣ ਅਸੀਂ ਕਰਦੇ ਹਾਂ ਕੁਐਸਚਨ ਨੰਬਰ 3। what is the theme of the chapter Hassan's attendance problem? ਇਸ ਚੈਪਟਰ ਦੀ ਕੀ ਥੀਮ ਹੈ, ਕੀ ਵਿਸ਼ਾ ਹੈ? ਤੇ ਇਸ ਦਾ ਆਨਸਰ ਹੈ, Hassan's attendance problem is based on the theme that students must attend their classes regularly and make their careers by being regular and hardworking. If they are irregular, they fail to gain knowledge. This was the case with Hassan, who used to remain absent from his class on most days, so he was always short of attendance. He would study just before the exams, guess the probable questions, and skip the chapters. His classmates rose in life. Nobody liked him in the office, and he became a salesman of a computer software. Later, the narrator encourages him to rise in life. ਤੇ ਕੀ ਹੋਇਆ ਸੀਗਾ ਕਿ ਜਿਹੜਾ ਹਸਨ ਅਟੈਂਡੈਂਸ ਪ੍ਰੋਬਲਮ ਹੈ, ਇਸ ਚੈਪਟਰ ਤੇ ਇਹ ਥੀਮ ਹੈ ਕਿ ਸਟੂਡੈਂਟਸ ਨੂੰ ਆਪਣੀ ਕਲਾਸਿਸ ਹੈ ਰੈਗੂਲਰਲੀ ਅਟੈਂਡ ਕਰਨੀ ਚਾਹੀਦੀ, ਰੈਗੂਲਰ ਕਲਾਸਿਸ ਲਾਣੀਆਂ ਚਾਹੀਦੀਆਂ ਹਨ ਤੇ ਆਪਣਾ ਜਿਹੜਾ ਕਰੀਅਰ ਹੈ ਉਹ ਆਪ ਹੀ ਰੈਗੂਲਰ ਅਤੇ ਹਾਰਡ ਵਰਕ ਨਾਲ ਹੈ ਬਿਲਡ, ਰੈਗੂਲਰ ਰਹਿ ਕੇ ਰੈਗੂਲਰ ਕਲਾਸਿਸ ਅਟੈਂਡ ਕਰਕੇ ਅਤੇ ਹਾਰਡ ਵਰਕ ਕਰਕੇ ਬਿਲਡ ਕਰਨਾ ਚਾਹੀਦਾ। ਤੇ ਜੇ ਸਟੂਡੈਂਟਸ ਇਰੈਗੂਲਰ ਹੋਣਗੇ ਤੇ ਉਹਨਾਂ ਨੂੰ ਨੌਲੇਜ ਨਹੀਂ ਵਧੇਗੀ, ਉਹਨਾਂ ਦੀ ਨੌਲੇਜ ਨਹੀਂ ਵਧੇਗੀ, ਉਹ ਨੌਲੇਜ ਗੇਨ ਨਹੀਂ ਕਰ ਪਾਣਗੇ। ਤੇ ਇਹੀ ਕੇਸ ਹਸਨ ਦੇ ਨਾਲ ਸੀਗਾ, ਜੋ ਕਿ ਕਲਾਸ ਵਿੱਚ ਹਮੇਸ਼ਾ ਐਬਸੈਂਟ ਰਹਿੰਦਾ ਸੀਗਾ, ਉਸਦੀ ਅਟੈਂਡੈਂਸ ਹਮੇਸ਼ਾ ਹੀ ਸ਼ਾਰਟ ਰਹਿੰਦੀ ਸੀ
ਤੇ ਸਿਰਫ ਐਗਜ਼ਾਮ ਪੇਪਰਾਂ ਤੋਂ ਪਹਿਲਾਂ ਸਟੱਡੀ ਕਰਦਾ ਸੀਗਾ ਤੇ ਗੈਸ ਕਰਦਾ ਸੀਗਾ ਵੀ ਕਿਹੜੇ ਇੰਪੋਰਟੈਂਟ ਕੁਐਸਚਨਸ ਪੇਪਰ ਵਿੱਚ ਆ ਸਕਦੇ ਹਨ, ਤੇ ਪੂਰੇ ਚੈਪਟਰ ਨੂੰ ਮਿਸ ਕਰ ਦਿੰਦਾ ਸੀਗਾ, ਰੀਡ ਹੀ ਨਹੀਂ ਸੀ ਕਰਦਾ। ਤੇ ਉਸ ਦੇ ਜਿਹੜੇ ਕਲਾਸਮੇਟਸ ਸਨ ਉਹ ਲਾਈਫ ਵਿੱਚ ਅੱਗੇ ਵਧ ਗਏ, ਤੇ ਆਫਿਸ ਵਿੱਚ ਵੀ ਹਸਨ ਨੂੰ ਕੋਈ ਪਸੰਦ ਨਹੀਂ ਸੀ ਕਰਦਾ, ਤੇ ਉਹ ਫਾਈਨਲੀ ਕੰਪਿਊਟਰ ਸੌਫਟਵੇਅਰ ਦਾ ਸੇਲਸਮੈਨ ਬਣ ਗਿਆ। ਤੇ ਨਰੇਟਰ ਨੇ ਉਸ ਨੂੰ ਐਨਕਰੇਜ ਕੀਤਾ ਕਿ ਉਹ ਜ਼ਿੰਦਗੀ ਵਿੱਚ ਹੈ ਉਹ ਅੱਗੇ ਵਧੇ। नेक्स्ट क्वेश्चन नेक्स्ट चैप्टर तो ड्रॉ अ ब्रीफ कैरेक्टर स्केच ऑफ जॉन फिलिप सॉसा या हाउ डिड फिलिप इवेंचुअली बिकम अ फेमस म्यूजिक कंपोजर। इसे कैरेक्टर स्केच करो जॉन फिलिप सॉसा दा, या फिर यह दसो कि वो फेमस म्यूजिक कंपोजर है किस तरह बनया। तो ਅਸੀਂ ਇਸ ਵਿੱਚ ਲਿਖ ਸਕਦੇ ਹਾਂ John Philip Sousa was 7 years old when he wanted to become a musician. He was both talented and eager to learn. He excelled in playing violin and he loved to play baseball. One day he went to play a game of baseball on the day of concert. He could not give good performance because he borrowed a large size shirt from Mrs. Esputa and it fell away from his neck. He left music and started working in a bakery. Bitter experiences at bakery turned him back to music. A circus band leader offered him a job, but his father got him enlisted as an apprentice in the US Marine Band. He wrote more than 100 marches and was known as the March King. ਤੇ ਕੀ ਹੋਇਆ ਕਿ ਜਦੋਂ ਜੌਨ ਫਿਲਿਪ ਸੌਸਾ 7 ਸਾਲਾਂ ਦੇ ਸਨ ਤਾਂ ਉਹ ਮਿਊਜ਼ੀਸ਼ੀਅਨ ਬਣਨਾ ਚਾਹੁੰਦੇ ਸਨ, ਤੇ ਉਹਨਾਂ ਵਿੱਚ ਟੈਲੈਂਟ ਵੀ ਸੀਗਾ ਤੇ ਉਹ ਸਿੱਖਣਾ ਵੀ ਚਾਹੁੰਦੇ ਸਨ। ਤੇ ਹੋਇਆ ਕਿ ਉਹ ਵਾਇਲਨ ਤੇ ਪਲੇ ਕਰਦੇ ਹੀ ਸਨ ਤੇ ਉਹਨਾਂ ਨੂੰ ਬੇਸਬਾਲ ਖੇਡਣ ਦਾ ਵੀ ਬਹੁਤ ਸ਼ੌਕ ਸੀ। ਤੇ ਇੱਕ ਵਾਰੀ ਕਨਸਰਟ ਦੇ ਦਿਨ ਉਹ ਬੇਸਬਾਲ ਖੇਡਣ ਚਲੇ ਗਏ ਤੇ ਉਹ ਵਧੀਆ ਪਰਫਾਰਮੈਂਸ ਨਹੀਂ ਦੇ ਪਾਏ ਕਨਸਰਟ ਦੇ ਵਿੱਚ, ਕਿਉਂਕਿ ਉਹਨਾਂ ਦੀ ਸ਼ਰਟ ਖਰਾਬ ਹੋ ਗਈ ਸੀ ਤੇ ਉਹਨਾਂ ਨੇ ਇੱਕ ਲਾਰਜ ਸਾਈਜ਼ ਵੱਡੀ ਸ਼ਰਟਸ ਲਈ ਸੀਗੀ ਮਿਸਿਸ ਐਸਪੂਟਾ ਤੋਂ, ਤੇ ਉਹ ਇਟ ਫੈਲ ਅਵੇ ਫਰੋਮ ਹਿਸ ਨੈਕ, ਕਿਉਂਕਿ ਉਹ ਥੱਲੇ ਡਿੱਗੀ ਕਿਉਂਕਿ ਉਸਦੀ ਪਿੰਸ ਉਹ ਖੁੱਲ ਗਈਆਂ ਸਨ। ਤੇ ਫਿਰ ਉਸਨੇ ਮਿਊਜ਼ਿਕ ਛੱਡ ਦਿੱਤਾ ਤੇ ਬੇਕਰੀ ਵਿੱਚ ਵਰਕ ਕਰਨ ਲੱਗੇ। ਤੇ ਬੇਕਰੀ ਵਿੱਚ ਵੀ ਉਹਨਾਂ ਦਾ ਬਿਟਰ ਐਕਸਪੀਰੀਅੰਸ ਹੈ, ਉਹਨਾਂ ਦਾ ਮਨ ਨਾ ਲੱਗਿਆ ਤੇ ਐਕਸਪੀਰੀਅੰਸ ਉਹਨਾਂ ਦਾ ਚੰਗਾ ਨਹੀਂ ਸੀ ਬੇਕਰੀ ਵਿੱਚ। ਫਿਰ ਮਿਊਜ਼ਿਕ ਵਿੱਚ ਵਾਪਸ ਆ ਗਏ ਤੇ ਸਰਕਸ ਬੈਂਡ ਲੀਡਰ ਨੇ ਕਿਹਾ ਕਿ ਮੈਂ ਤੁਹਾਨੂੰ ਸਰਕਸ ਬੈਂਡ ਵਿੱਚ ਜੌਬ ਦੇ ਦਿੰਦਾ, ਬਟ ਉਸਦੇ ਫਾਦਰ ਨੇ ਉਸਨੂੰ ਐਜ਼ ਅ ਅਪ੍ਰੈਂਟਿਸ ਟ੍ਰੇਨੀ US ਮਰੀਨ ਬੈਂਡ ਵਿੱਚ ਐਡਜਸਟ ਕਰਾਤਾ, ਉੱਧਰ ਰੱਖਤਾ ਤੇ ਉਹਨਾਂ ਨੇ 100 ਤੋਂ ਵੀ ਵੱਧ ਮਾਰਚਸ ਲਿਖੇ ਤੇ ਉਹ ਦਾ ਮਾਰਚ ਕਿੰਗ ਦੇ ਨਾਂ ਨਾਲ ਮਸ਼ਹੂਰ ਹੋਏ। ਅਗਲਾ ਕੁਐਸਚਨ ਹੈ what was Philip's foolish act on the day of concert? ਕਿ concert ਵਾਲੇ ਦਿਨ ਕੀ ਹੋਇਆ ਸੀਗਾ। On the day of concert, Philip went to play a game of baseball. When he returned home, his clothes were dirty and wrinkled. He could not find a clean shirt to wear for the concert. His music teacher's wife, Mrs. Esputa, gave him a white shirt. The shirt was large and she fitted it with the help of pins. When Philip started playing the violin, the pins which were holding his shirt came off. The shirt fell away from his neck and the audience began to laugh. Philip forgot what he was playing. It made the concert a flop show. ਤੇ ਕੰਸਰਟ ਵਾਲੇ ਦਿਨ ਫਿਲਿਪ ਬੇਸਬਾਲ ਖੇਡਣ ਚਲੇ ਗਏ ਤੇ ਉਹਨਾਂ ਦੇ ਕੱਪੜੇ ਖਰਾਬ ਹੋ ਗਏ ਤੇ ਉਹਨਾਂ ਕੋਲ ਵਾਈਟ ਸ਼ਰਟ ਨਹੀਂ ਸੀਗੀ, ਤੇ ਮਿਊਜ਼ਿਕ ਟੀਚਰਸ ਵਾਈਫ ਮਿਸਿਸ ਐਸਪੂਟਾ ਨੇ ਉਹਨਾਂ ਨੂੰ ਵਾਈਟ ਸ਼ਰਟ ਦਿੱਤੀ। ਸ਼ਰਟ ਵੱਡੀ ਸੀਗੀ, ਉਹ ਫਿਰ ਉਸਨੂੰ ਪਿੰਨ ਨਾਲ ਫਿਕਸ ਕੀਤਾ ਗਿਆ ਤੇ ਵਾਇਲਨ ਪਲੇ ਕਰਦੇ ਹੋਏ ਪਿੰਸ ਖੁੱਲ ਗਈਆਂ ਤੇ ਸ਼ਰਟ ਥੱਲੇ ਹੋ ਗਈ ਤੇ ਲੋਕੀ ਹੱਸਣ ਲੱਗੇ, ਆਡੀਅנס ਹੱਸਣ ਲੱਗੀ ਤੇ ਫਿਲਿਪ ਭੁੱਲ ਗਿਆ ਵੀ ਉਹ ਕੀ ਪਲੇ ਕਰ ਰਿਹਾ ਸੀਗਾ ਤੇ ਇਸ ਤਰ੍ਹਾਂ ਕੰਸਰਟ ਹੈ ਉਹ ਫਲॉप ਸ਼ੋ ਬਣ ਗਿਆ। ਤੇ ਹੁਣ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ what is the theme of the chapter the March King? The March King chapter ਦਾ ਕੀ ਵਿਸ਼ਾ ਹੈ? Is the answer the theme of the chapter is that one can succeed in life only if one pursues a vocation according to one's interest. Parental guidance is also necessary as adolescents are sometimes carried away by false promises. Also, one should never try to mix work and play. The theme is developed through the life work of Philip. ਤੇ ਉਸ ਤੋਂ ਬਾਅਦ ਫਿਲਿਪ ਦੇ ਕੈਰੈਕਟਰ ਸਕੈਚ ਦੇ ਬਾਰੇ ਲਿਖਿਆ ਹੋਇਆ ਤੇ ਥੀਮ ਇਹ ਹੈ ਕਿ ਬੰਦਾ ਲਾਈਫ ਵਿੱਚ ਉਦੋਂ ਹੀ ਸਕਸੀਡ ਕਰ ਸਕਦਾ ਜਦੋਂ ਬੰਦਾ ਉਹ ਕੰਮ ਕਰਦਾ, ਉਹ ਕੰਮ ਕਰਦਾ ਜੋ ਕਿ ਜਿਸ ਵਿੱਚ ਉਸਦਾ ਇੰਟਰਸਟ ਹੁੰਦਾ। ਤੇ ਸਾਡੀ ਪੇਰੈਂਟ ਤੇ ਹੁਣ ਕੀ ਹੈ ਕਿ ਬੱਚਿਆਂ ਵਿੱਚ ਪੈਰੈਂਟਲ ਗਾਈਡੈਂਸ ਦੀ ਵੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ, ਕਿਉਂਕਿ ਜਿਹੜੇ ਅਡੋਲਸੈਂਟਸ ਹੁੰਦੇ ਨੇ ਉਹ ਫਾਲਸ ਪ੍ਰੋਮਿਸਿਸ ਤੋਂ ਕੈਰੀਡ ਅਵੇ ਹੋ ਜਾਂਦੇ ਨੇ। ਜਿਵੇਂ ਕਿ ਸਰਕਸ ਬੈਂਡ ਵਾਲੇ ਦੇ ਕਹਿਣੇ ਤੇ ਆਪ ਮੀਨਸ ਕਿ ਜਦੋਂ ਸਰਕਸ ਬੈਂਡ ਵਾਲਾ ਕਹਿ ਰਿਹਾ ਸੀ ਕਿ ਤੂੰ ਮੇਰੇ ਨਾਲ ਲੱਗ ਜਾ ਤੇ ਜੌਨ ਫਿਲਿਪ ਸੌਸਾ ਉੱਧਰ ਜਾਣ ਲੱਗਾ ਸੀਗਾ, ਫਾਲਸ ਪ੍ਰੋਮਿਸ ਉਸਨੂੰ ਮਿਲ ਰਿਹਾ ਸੀਗਾ ਸਰਕਸ ਬੈਂਡ ਵਾਲੇ ਤੋਂ। ਤੇ ਪੈਰੈਂਟਲ ਗਾਈਡੈਂਸ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਤੇ ਪੈਰੈਂਟਲ ਗਾਈਡੈਂਸ ਦੇ ਨਾਲ ਹੀ ਜਿਹੜਾ ਜੌਨ ਫਿਲਿਪ ਸੌਸਾ US ਮਰੀਨ ਬੈਂਡ ਵਿੱਚ ਗਿਆ। ਤੇ ਇਸ ਦੀ ਇਹ ਵੀ ਥੀਮ ਹੈ ਇਸ ਚੈਪਟਰ ਦੇ ਕਿ ਵਨ ਸ਼ੁਡ ਨੈਵਰ ਟਰਾਈ ਟੂ ਮਿਕਸ ਵਰਕ ਐਂਡ ਪਲੇ, ਵੀ ਸਾਨੂੰ ਵਰਕ ਐਂਡ ਪਲੇ ਨੂੰ ਮਿਕਸ ਨਹੀਂ ਕਰਨਾ ਚਾਹੀਦਾ, ਕੰਮ ਦੇ ਸਮੇਂ ਕੰਮ ਕਰਨਾ ਚਾਹੀਦਾ ਤੇ ਖੇਡਣ ਦੇ ਸਮੇਂ ਖੇਡਣਾ ਚਾਹੀਦਾ। ਹੁਣ ਜੇ ਜੌਨ ਫਿਲਿਪ ਸੌਸਾ ਇਸ ਤਰ੍ਹਾਂ ਨਾ ਕਰਦਾ ਤੇ ਉਸਦੀ ਕਨਸਰਟ ਵਧੀਆ ਜਾਂਦੀ ਤੇ ਉਸਦੀ ਸ਼ਰਟ ਨਾ ਡਿੱਗਦੀ, ਤੇ ਇਸ ਕਰਕੇ ਸਾਨੂੰ
वर्क एंड प्ले ਨੂੰ ਮਿਕਸ ਨਹੀਂ ਕਰਨਾ ਚਾਹੀਦਾ ਤੇ ਇਹ ਤਿੰਨ ਥੀਮਸ ਦੇ ਬਾਰੇ ਇਸ ਚੈਪਟਰ ਵਿੱਚ ਗੱਲ ਹੋਈ ਹੈ। अगला क्वेश्चन है राइट ए नोट ऑन द थीम ऑफ द चैप्टर लैटरल थिंकिंग की लैटरल थिंकिंग चैप्टर की थीम है उसके बारे लिखो। तो इस वजह से लिख सकते हैं दिस चैप्टर इज बेस्ड ऑन द थीम दैट इवन कॉम्प्लेक्स प्रॉब्लम्स कैन बी सॉल्व्ड बाय लैटरल थिंकिंग। लैटरल थिंकिंग इज क्रिएटिव और नॉन लीनियर थिंकिंग। इट इज डूइंग समथिंग नोवेल द अर्थ नवीन नवा और अनकन्वेंशनल मींस की जो परंपरागत ना होए। एडवर्ड डी बोनो प्रोपोगेटेड दिस नोशन का मतलब होता है आइडिया। He believed that intelligence is a potential that all of us have and thinking is a skill to use this potential well. In the chapter, we have seen that a moneylender wanted to marry a farmer's daughter. Because of lateral thinking, she not only saved herself from the moneylender, but her father's debt was also written off. A millionaire got his Ferrari car parked in the bank garage by paying a small amount of $15. Application of lateral thinking can be seen in the game of cricket also। तो पूरा चैप्टर ही इस छोटे ਜਿਹੇ आंसर ਵਿੱਚ ਕਵਰ ਹੋ ਗਿਆ ਤੇ ਤੁਹਾਨੂੰ ਮੀਨਸ ਕਿ ਇਸ ਦੀ ਚੈਪਟਰ ਦੀ ਇਹ ਥੀਮ ਹੈ ਕਿ ਮੁਸ਼ਕਿਲ ਤੋਂ ਮੁਸ਼ਕਿਲ ਕੰਪਲੈਕਸ ਪ੍ਰੋਬਲਮਸ ਵੀ ਲੈਟਰਲ ਥਿੰਕਿੰਗ ਨਾਲ ਹੈ ਸੋਲਵ ਹੋ ਸਕਦੀਆਂ ਹਨ। ਤੇ ਐਡਵਰਡ ਡੀ ਬੋਨੋ ਨੇ ਇਹ ਆਈਡੀਆ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਉਸ ਦਾ ਇਹ ਮੰਨਣਾ ਸੀਗਾ ਕਿ ਇੰਟੈਲੀਜੈਂਸ ਸਾਰਿਆਂ ਕੋਲ ਹੁੰਦੀ ਹੈ। ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ ਐਂਡ ਥਿੰਕਿੰਗ ਇਜ਼ ਅ ਸਕਿੱਲ ਦੈਟ टू यूज दिस पोटेंशियल वैल कि सोचने नाल ਅਸੀਂ अपनी इंटैलीजेंस अपने पोटेंशियल ਨੂੰ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਸ ਪਾਰਟ ਵਿੱਚ ਅਸੀਂ ਇਹ ਦੇਖਿਆ ਕਿ ਮਨੀ ਲੈਂਡਰ ਤੋਂ ਫਾਰਮਰ ਦੀ ਡਾਟਰ ਕਿਸਾਨ ਦੀ ਧੀ ਨੇ ਮਨੀ ਲੈਂਡਰ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਤੇ ਪੈਬਲ ਵਾਲੀ ਸਟੋਰੀ ਤੋਂ ਵਿੱਚ ਬਚਾਇਆ ਸੀਗਾ। ਤੇ ਅਸੀਂ ਇਹ ਵੀ ਦੇਖਿਆ ਕਿ ਮਿਲੀਅਨਰ ਨੇ ਸਿਰਫ $15 ਵਿੱਚ ਆਪਣੀ ਜਿਹੜੀ ਫੈਰਾਰੀ ਕਾਰ ਹੈ ਉਹ ਬੈਂਕ ਦੇ ਗੈਰਾਜ ਵਿੱਚ ਸੇਫਲੀ ਪਾਰਕ ਕਰਤੀ। ਤੇ ਹੁਣ ਅਸੀਂ ਕ੍ਰਿਕਟ ਵਿੱਚ ਵੀ ਦੇਖਿਆ ਜਿਵੇਂ ਡੇ ਨਾਈਟ ਕ੍ਰਿਕਟ ਆ ਗਿਆ T20 ਕ੍ਰਿਕਟ ਆ ਗਿਆ ਤੇ that is the application of lateral thinking in the game of cricket। ਤੇ ਪੂਰਾ ਚੈਪਟਰ ਹੀ ਆਲਮੋਸਟ ਇਸ ਕੁਐਸਚਨ ਵਿੱਚ ਕਵਰ ਹੋ ਗਿਆ। ਹੁਣ ਅਗਲਾ ਰਾਈਟ the theme of the chapter on saying please। ਵੀ ਇਸ ਚੈਪਟਰ ਦੀ ਕੀ ਥੀਮ ਹੈ ਤੇ ਇਸ ਦਾ ਆਨਸਰ ਅਸੀਂ ਲਿਖ ਸਕਦੇ ਹਾਂ the essay describes the value of good manners। Bad manners are not a legal crime even if the person is discourteous। Law will protect him against physical violence। Words like please and thank you help us in making our passage through life smooth। Evil manners are infectious. They do more harm and cause more pain than physical pain। A good mannered person finds that his work becomes easier by ready cooperation he gets from others। ਤੇ ਸਾਨੂੰ ਇਸ ਚੈਪਟਰ ਤੋਂ ਗੁੱਡ ਮੈਨਰਸ ਦੀ ਵੈਲਿਊ ਦਾ ਪਤਾ ਲੱਗਦਾ ਹੈ ਕਿ ਬੈਡ ਮੈਨਰਸ ਹੈ ਉਹ ਲੀਗਲ ਕ੍ਰਾਈਮ ਨਹੀਂ ਹੁੰਦਾ ਪਰ ਜੇ ਕੋਈ ਬੰਦਾ ਡਿਸਕਰਟੀਅਸ ਵੀ ਹੈ ਤਾਂ ਵੀ ਫਿਜ਼ੀਕਲ ਵਾਇਲੈਂਸ ਤੋਂ ਉਸ ਨੂੰ ਲਾਅ ਹੈ ਕਾਨੂੰਨ ਹੈ ਪ੍ਰੋਟੈਕਟ ਕਰਦਾ ਹੈ। ਤੇ ਅਸੀਂ words like please and thank you ਸਾਨੂੰ ਉਹਨਾਂ ਦਾ ਯੂਜ਼ ਕਰਨਾ ਚਾਹੀਦਾ ਤੇ ਉਸ ਨਾਲ ਜਿਹੜੀ ਸਾਡੀ ਲਾਈਫ ਉਹ ਸਮੂਥ ਹੋ ਜਾਂਦੀ ਹੈ। ਇਟ ਮੇਕਸ ਦਾ ਪੈਸੇਜ ਥਰੂ ਦਾ ਲਾਈਫ ਸਮੂਥ। ਤੇ ਇਸ ਤੋਂ ਬਾਅਦ ਹੈ ਕਿ ਜਿਹੜੇ ਏਵਿਲ ਮੈਨਰਸ ਹੁੰਦੇ ਨੇ ਮਾੜੀਆਂ ਆਦਤਾਂ ਹੁੰਦੀਆਂ ਹਨ ਤੇ ਫਿਜ਼ੀਕਲ ਪੇਨ ਦੇ ਨਾਲੋਂ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਸਾਨੂੰ। ਤੇ ਜਿਹੜਾ ਗੁੱਡ ਮੈਨਰਡ ਪਰਸਨ ਹੁੰਦਾ ਉਹ ਹੈ ਜ਼ਿੰਦਗੀ ਵਿੱਚ ਦੇਖਦਾ ਕਿ ਜਿਹੜਾ ਉਸ ਨੂੰ ਕੋਆਪਰੇਸ਼ਨ ਉਸ ਤੋਂ ਕਾਫੀ ਲੋਕਾਂ ਦੀ ਸਪੋਰਟ ਮਿਲ ਰਹੀ ਹੈ ਬਹੁਤ ਹੀ ਈਜ਼ੀਲੀ। ਤੇ ਹੁਣ ਅਗਲਾ ਕੁਐਸਚਨ ਹੈ ਡਰਾ ਬਰੀਫ ਕੈਰੈਕਟਰ ਸਕੈਚ ਆਫ ਦਾ ਬੱਸ ਕੰਡਕਟਰ ਇਨ ਯਰ ਓਨ ਵਰਡਸ ਕਿ ਹੁਣ ਅਸੀਂ ਦੇਖਿਆ ਸੀਗਾ ਕਿ ਬੱਸ ਕੰਡਕਟਰ ਦੇ ਬਾਰੇ ਪੜਿਆ ਸੀਗਾ ਔਨ ਸੇਇੰਗ ਪਲੇਸ ਵਿੱਚ ਅਸੀਂ ਉਸ ਦੇ ਬਾਰੇ ਲਿਖਣਾ। The bus conductor was very polite and compassionate तो बहुत kind भी सीगा ते polite भी सीगा। He seemed to have an inexhaustible fund of patience and gift for making his passengers comfortable। ਤੇ ਉਸ ਕੋਲ ਬਹੁਤ ਜ਼ਿਆਦਾ ਪੇਸ਼ੈਂਸ ਸੀਗਾ ਤੇ ਉਹ ਆਪਣੇ ਪੈਸੇਂਜਰਸ ਨੂੰ ਆਪਣੀ ਸਵਾਰੀਆਂ ਨੂੰ ਕੰਫਰਟੇਬਲ ਫੀਲ ਕਰਾਉਂਦਾ ਸੀਗਾ। With the old people he was considerate as a son। With the children he behaved like a father। He had a warm place in his heart for young people and always indulged in some merry jest with them। ਤੇ ਬੁੱਢਿਆਂ ਬਜ਼ੁਰਗਾਂ ਲਈ ਉਹ ਬੇਟੇ ਪੁੱਤਰ ਵਰਗਾ ਸੀ ਬੱਚਿਆਂ ਲਈ ਉਹ ਪਿਤਾ ਵਰਗਾ ਸੀ ਤੇ ਹੁਣ ਯੰਗ ਪੀਪਲ ਨਾਲ ਉਹ ਵਧੀਆ ਗੱਲਾਂ ਕਰਦਾ ਸੀ। ਮੈਰੀ ਜੈਸਟ ਮੀਨਸ ਕਿ ਵਧੀਆ ਗੱਲਾਂ ਉਹ ਕਰਦਾ ਸੀਗਾ ਫ੍ਰੈਂਡਲੀ ਕਨਵਰਸੇਸ਼ਨ ਕਰਦਾ ਸੀਗਾ। ਹੀ ਵਾਸ ਰੈਡੀ ਟੂ ਹੈਲਪ एवरीवन इन द बस। ਉਹ ਹਮੇਸ਼ਾ ਸਾਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀਗਾ। ਉਹ ਬਹੁਤ ਕਾਈਂਡ ਸੀਗਾ ਵੈਲ ਮੈਨਰਡ ਸੀਗਾ। ਦ ਜਰਨੀ ਇਨ ਹਿਸ ਬੱਸ ਵਾਸ ਫੁੱਲ ਆਫ ਲਾਫਟਰ ਐਂਡ ਫਨ। ਤੇ ਬਹੁਤ ਹੀ ਵਧੀਆ ਜਰਨੀ ਹੁੰਦੀ ਸੀਗੀ ਜੋ ਵੀ ਉਸ ਦੀ ਬੱਸ ਵਿੱਚ ਸਫ਼ਰ ਹੈ ਟਰੈਵਲ ਹੈ ਉਹ ਕਰਦਾ ਸੀਗਾ। ਅਗਲਾ ਕੁਐਸਚਨ what is the importance of polite words like please and thank you in our life? Support your answer with the examples of your textbook। ਤੇ ਹੁਣ please ਤੇ thank you words ਦਾ ਸਾਡੀ ਲਾਈਫ ਵਿੱਚ ਕੀ ਮਹੱਤਵ ਹੈ ਤੇ ਇਸ ਨੂੰ ਅਸੀਂ ਸਪੋਰਟ ਕਰਨਾ ਆਪਣੇ ਟੈਕਸਟ ਬੁੱਕ ਦੇ ਥਰੂ ਐਗਜ਼ਾਮਪਲ ਆਪਣੇ ਟੈਕਸਟ ਬੁੱਕ ਵਿੱਚ ਦਿੱਤੇ ਐਗਜ਼ਾਮਪਲਸ ਦੇ ਥਰੂ। ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਅਸੀਂ ਇਸ ਵਿੱਚ ਲਿਖ ਸਕਦੇ ਹਾਂ the words like please and thank you have a great importance in our daily life। ਇਹ ਬਹੁਤ ਜ਼ਿਆਦਾ ਮਹੱਤਵ ਹੈ। These words help us in making our passage through life smooth। Evil manners are infectious। They do more harm than good
In that chapter, a passenger is hurled out of the lift because he had misbehaved with the liftman. Even if the passenger was discourteous, the liftman was wrong because discourtesy is not a legal crime. The liftman could have avoided trouble by being polite. In the chapter, we also see a kind and compassionate conductor who have an inexhaustible fund of patience and gift of making his passengers comfortable. ਤੇ ਇਸ ਵਿੱਚ ਉਹੀ ਗੱਲ ਕੀਤੀ ਗਈ ਜੋ ਕਿ ਅਸੀਂ ਪਿਛਲੇ ਕੁਐਸਚਨ ਵਿੱਚ ਸਟੱਡੀ ਕੀਤੀ ਹੈ ਤੇ ਇਸ ਤੋਂ ਬਾਅਦ ਸਾਨੂੰ ਲਿਫਟਮੈਨ ਦਾ ਐਗਜ਼ਾਮਪਲ ਦਿੱਤਾ ਗਿਆ ਕਿ ਲਿਫਟਮੈਨ ਗਲਤ ਸੀਗਾ ਕਿਉਂਕਿ ਪੈਸੇਂਜਰ ਮੰਨਿਆ ਕਿ ਪੈਸੇਂਜਰ ਡਿਸਕਰਟੀਅਸ ਸੀਗਾ ਬਟ ਡਿਸਕਰਟੇਸੀ ਕੋਈ ਲੀਗਲ ਕ੍ਰਾਈਮ ਨਹੀਂ ਸੀਗੀ ਤੇ ਲੀਗਲ ਕ੍ਰਾਈਮ ਨਹੀਂ ਹੈਗਾ ਤਾਂ ਲਿਫਟਮੈਨ ਨੂੰ ਵੀ ਪੋਲਾਈਟਲੀ ਗੱਲ ਕਰਨੀ ਚਾਹੀਦੀ ਸੀ ਤੇ ਅਸੀਂ ਇਸ ਵਿੱਚ ਬੱਸ ਕੰਡਕਟਰ ਦਾ ਐਗਜ਼ਾਮਪਲ ਵੀ ਦੇਖਿਆ। ਅਗਲਾ ਕੁਐਸਚਨ ਹੈ ਰਾਈਟ ਦ ਥੀਮ ਆਫ ਦ ਚੈਪਟਰ ਦ ਸਟੋਰੀ ਆਫ ਮਾਈ ਲਾਈਫ ਇਨ ਯੋਰ ਓਨ ਵਰਡਸ ਤੇ ਅਸੀਂ ਇਸ ਚੈਪਟਰ ਦੀ ਥੀਮ ਲਿਖਣੀ ਹੈ ਤੇ ਇਸ ਦੇ ਥੀਮ ਵਿੱਚ ਅਸੀਂ ਲਿਖ ਸਕਦੇ ਹਾਂ ਦ ਲੈਸਨ ਇਜ਼ ਬੇਸਡ ਔਨ ਦ ਥੀਮ ਦੈਟ ਈਵਨ ਬਲਾਈਂਡ ਐਂਡ ਡੈਫ ਕੈਨ ਅਚੀਵ ਵਰਥਵਾਈਲ ਐਂਡ ਯੂਨੀਕ ਇਨ ਲਾਈਫ। ਜਿਹੜਾ ਬਲਾਈਂਡ ਹੁੰਦਾ ਤੇ ਜਿਹੜਾ ਡੈਫ ਹੁੰਦਾ ਜੋ ਕਿ ਦੇਖ ਨਹੀਂ ਸਕਦਾ ਤੇ ਡੈਫ ਹੁੰਦਾ ਵੀ ਜਿਹੜਾ ਸੁਣ ਨਹੀਂ ਸਕਦਾ ਤੇ ਉਹ ਵੀ ਲਾਈਫ ਵਿੱਚ ਹੈ ਕਾਫੀ ਕੁਝ ਹੈ ਜਿਹੜਾ ਅਚੀਵ ਹੈ ਉਹ ਕਰ ਸਕਦਾ। ਤੇ ਹੁਣ ਹੈਲਨ ਕੈਲਰ ਵਾਸ ਸੱਚ ਅ ਪਰਸਨ। ਹੈਲਨ ਕੈਲਰ ਵੀ ਇੱਕ ਅਜਿਹੀ ਪਰਸਨ ਸੀਗੀ ਔਰ ਟੀਚਰ ਨੇਮ ਐਨ ਸੁਲੇਮਾਨ ਕੇਮ ਟੂ ਟੀਚਰ ਐਂਡ ਟੂ ਰਿਵੀਲ ਹਰ ਦਾ ਮਿਸਟਰੀ ਆਫ ਲੈਂਗੁਏਜ। ਵੀ ਉਸਦੀ ਲਾਈਫ ਵਿੱਚ ਇੱਕ ਟੀਚਰ ਆਈ ਜਿਸ ਦਾ ਨਾਮ ਸੀਗਾ ਐਨ ਸੁਲੇਮਾਨ ਤੇ ਉਸ ਨੂੰ ਪੜਾਉਣ ਆਈ ਤੇ ਉਸ ਨੂੰ ਮਿਸਟਰੀ ਆਫ ਲੈਂਗੁਏਜ ਨੂੰ ਸੋਲਵ ਕਰਨ ਆਈ ਵੀ ਉਸਨੂੰ ਮੀਨਸ ਕਿ ਉਸਨੂੰ ਸਾਈਨ ਲੈਂਗੁਏਜ ਦੇ ਥਰੂ ਦੱਸਿਆ ਵੀ ਲੈਂਗੁਏਜ ਕੀ ਚੀਜ਼ ਹੁੰਦੀ ਆ। ਹਰ ਟੀਚਰ ਬਿਗਨ ਟੂ ਟੀਚ to communicate by spelling words into her hand ਵੀ ਉਸਨੇ ਹੱਥਾਂ ਵਿੱਚ ਜਿਹੜੇ ਸਪੈਲਿੰਗਸ ਹੈ ਉਸ ਨੂੰ ਸਪੈਲ ਕਰਕੇ ਦੱਸੇ। she wrote her autobiography the story of my life। ਉਸ ਤੋਂ ਬਾਅਦ ਹੈਲਨ ਕੈਲਰ ਨੇ ਆਪਣੀ ਸਵੈ ਜੀਵਨੀ ਲਿਖੀ ਜਿਸ ਦਾ ਨਾਮ ਸੀਗਾ the story of my life। the chapter also brings out the qualities of a devoted teacher like Anne Suleiman who provided excellent guidance to Helen। ਤੇ ਅਸੀਂ ਇਸ ਚੈਪਟਰ ਵਿੱਚ ਇੱਕ devoted teacher ਦੇਖੀ ਜਿਸ ਦਾ ਨਾਮ ਸੀਗਾ ਐਨ ਸੁਲੇਮਾਨ ਤੇ ਉਸਨੇ excellent guidance provide ਕੀਤੀ ਹੈਲਨ ਨੂੰ। the story is based on the theme that success can be achieved through despite handicaps। ਵੀ success can be achieved despite handicaps means ਕਿ ਜੇ ਬੰਦਾ handicap ਹੈ ਤਾਂ ਵੀ ਉਹ ਜ਼ਿੰਦਗੀ ਵਿੱਚ ਕਾਮਯਾਬ ਹੈ successful ਹੈ ਉਹ ਹੋ ਸਕਦਾ ਹੈ ਤੇ ਹੈਲਨ ਕੈਲਰ was such a person। ਅਗਲਾ draw a brief character sketch of the narrator ਹੈਲਨ ਕੈਲਰ ਤੇ ਇਸ ਵਿੱਚ ਅਸੀਂ ਇਸ ਦਾ character sketch ਲਿਖਣਾ ਹੈ ਹੈਲਨ ਕੈਲਰ ਦਾ। ਹੈਲਨ ਕੈਲਰ was rendered deaf and blind। ਉਸ ਨੂੰ ਸੁਣਦਾ ਵੀ ਨਹੀਂ ਸੀਗਾ ਤੇ ਦੇਖ ਵੀ ਨਹੀਂ ਸਕਦੀ ਸੀ by illness at the age of 19 months ਜਦੋਂ ਉਹ ਸਿਰਫ 19 ਮਹੀਨਿਆਂ ਦੀ ਸੀ almost 1.5 ਸਾਲ ਦੀ ਸੀ but still she learned to read and write। her teacher and Suleiman did a lot of hard work in teaching her by spelling words through finger play। ਵੀ ਉਸਦੀ ਟੀਚਰ ਨੇ ਬਹੁਤ ਮਿਹਨਤ ਕੀਤੀ ਫਿੰਗਰ ਪਲੇ ਦੇ ਨਾਲ ਉਸਨੂੰ ਸਪੈਲਿੰਗ ਸਿਖਾਏ ਵਰਡ ਸਿਖਾਏ। initially she had some difficulties in knowing the difference between some words ਕਿ ਪਹਿਲਾਂ ਉਸਨੂੰ ਵਰਡ ਸਮਝਣ ਵਿੱਚ ਦਿੱਕਤ ਹੁੰਦੀ ਸੀ but later the mystery of language was revealed to her। ਫਿਰ ਉਸਨੂੰ ਪਤਾ ਲੱਗਿਆ ਵੀ ਲੈਂਗੁਏਜ ਹੈ ਕੀ ਹੁੰਦਾ ਹੈ ਤੇ ਇਸ ਤੋਂ ਬਾਅਦ ਲਿਖਿਆ at the age of 22 Keller published her autobiography the story of my life with the help of Anne Suleiman and Suleiman's husband ਜੌਨ ਮੈਕੀ। ਤੇ ਉਸ ਤੋਂ ਬਾਅਦ 22 ਸਾਲਾਂ ਦੀ ਉਮਰ ਵਿੱਚ ਉਸਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਆਪਣੇ ਟੀਚਰ ਐਨ ਸੁਲੇਮਾਨ ਤੇ ਸੁਲੇਮਾਨ ਦੇ ਹਸਬੈਂਡ ਦੀ ਮਦਦ ਦੇ ਨਾਲ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਰਾਈਟ ਦ ਥੀਮ ਆਫ ਦ ਸਟੋਰੀ ਟੂ ਜੈਂਟਲਮੈਨ ਆਫ ਵਰੋਨਾ। ਵੀ ਇਸ ਚੈਪਟਰ ਦੀ ਕੀ ਥੀਮ ਹੈ ਤੇ ਅਸੀਂ ਇਸ ਵਿੱਚ ਲਿਖ ਸਕਦੇ ਹਾਂ ਦ ਚੈਪਟਰ ਟੂ ਜੈਂਟਲਮੈਨ ਆਫ ਵਰੋਨਾ ਇਜ਼ ਬੇਸਡ ਔਨ ਦ ਥੀਮ ਦੈਟ ਵੀ ਸ਼ੁਡ ਫੇਸ ਦ ਮਿਸਫੋਰਚੂਨ ਆਫ ਲਾਈਫ ਬੋਲਡਲੀ। ਵੀ ਜੇ ਕੋਈ ਸਾਡੇ ਨਾਲ ਮਿਸਫੋਰਚੂਨ ਹੁੰਦਾ ਤਾਂ ਵੀ ਅਸੀਂ ਉਸ ਦਾ ਬੋਲਡਲੀ ਬਹਾਦਰੀ ਨਾਲ ਦਾ ਜਿਹੜਾ ਸਾਹਮਣਾ ਸਾਨੂੰ ਕਰਨਾ ਚਾਹੀਦਾ। ਦ ਮੈਸੇਜ ਇਜ਼ ਕਨਵੇਡ ਥਰੂ ਦ ਲਾਈਫ ਸਟਰਗਲ ਆਫ ਟੂ ਬ੍ਰਦਰਸ ਨਿਕੋਲਾ ਐਂਡ ਜੈਕੋਬੋ। ਤੇ ਹੁਣ ਦੋ ਭਰਾਵਾਂ ਦੀ ਲਾਈਫ ਦੇ ਥਰੂ ਸਾਨੂੰ ਇਹ ਮੈਸੇਜ ਦਿੱਤਾ ਗਿਆ they became homeless and orphans in their childhood ਕਿ ਉਹਨਾਂ ਦਾ ਘਰ ਵੀ ਚਲਾ ਗਿਆ ਤੇ ਉਹਨਾਂ ਦੇ ਪਿਤਾ ਦੀ ਵੀ ਡੈਥ ਹੋ ਗਈ ਜਦੋਂ ਉਹ ਬਿਲਕੁਲ ਛੋਟੇ ਸੀਗੇ। and their sister Lucia was suffering from tuberculosis of the spine ਤੇ ਉਸਦੀ ਸਿਸਟਰ ਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ yet they were hopeful towards life ਤੇ ਫਿਰ ਵੀ ਉਹਨਾਂ ਨੇ ਉਮੀਦ ਨਹੀਂ ਛੱਡੀ। they sold fruits and hawked newspapers ਤੇ ਉਹਨਾਂ ਨੇ ਫਰੂਟਸ ਵੀ ਵੇਚੇ ਸਟ੍ਰਾਬੇਰੀਜ਼ ਵੇਚੀਆਂ ਅਖਬਾਰਾਂ ਵੰਡੀਆਂ। they worked hard for the treatment of their sister ਉਹਨਾਂ ਨੇ ਕਾਫੀ ਮਿਹਨਤ ਕੀਤੀ ਤਾਂ ਕਿ ਉਹ ਆਪਣੀ ਸਿਸਟਰ ਦਾ ਟ੍ਰੀਟਮੈਂਟ ਵਧੀਆ ਕਰਾ ਸਕਣ। the story conveys a message that sacrifice sincerity and devotion add new dignity to life and give a new hope to humanity। ਤੇ ਇਹ ਸੀਗੇ ਇਸ ਪਾਰਟ ਦੀ ਥੀਮ। ਤੇ ਅਗਲਾ ਕੁਐਸਚਨ ਹੈ ਡਰਾ ਬਰੀਫ ਕੈਰੈਕਟਰ ਸਕੈਚ ਆਫ ਦ ਟੂ ਬॉयਜ਼ ਇਨ ਦ ਸਟੋਰੀ ਟੂ ਜੈਂਟਲਮੈਨ ਆਫ ਵਰੋਨਾ। ਤੇ ਇਸ ਵਿੱਚ ਅਸੀਂ ਨਿਕੋਲਾ ਤੇ ਜੈਕੋਬੋ ਦੇ ਬਾਰੇ ਲਿਖਣਾ ਹੈ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਨਿਕੋਲਾ ਐਂਡ ਜੈਕੋਬੋ were two brothers ਕਿ ਉਹ ਦੋ ਭਰਾ ਸਨ। ਨਿਕੋਲਾ was 13 and Jacopo was 12। their widowed father died in war and they became homeless and orphans
Their sister Lucia was suffering from tuberculosis of spine. The boys had to work hard to pay the hospital expenses. ਵੀ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ ਤਾਂ ਕਿ ਉਹ ਆਪਣੀ ਸਿਸਟਰ ਦੇ ਹਸਪੀਟਲ ਐਕਸਪੈਂਸਸ ਨੂੰ ਪੇ ਕਰ ਸਕਣ, ਹਸਪੀਟਲ ਦੇ ਖਰਚੇ ਦਾ, ਹਸਪੀਟਲ ਦਾ ਬਿੱਲ ਪੇ ਕਰ ਸਕਣ. They sold fruits, polished shoes, hawked newspapers, and conducted tourists around the town. They बहुत काम करते सन. They did not take care for their own comfort, but worked hard to earn money for the comfort of their sister. Though they were poor and homeless, they were truly true gentlemen of Verona. ਤੇ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਸਨ ਤੇ ਇਸ ਕਰਕੇ ਉਹਨਾਂ ਨੂੰ true gentleman of Verona ਉਹ ਕਿਹਾ ਗਿਆ ਹੈ. अगला क्वेश्चन है राइट अ नोट ऑन द थीम ऑफ द चैप्टर इन सेलिब्रेशन ऑफ बीइंग अलाइव. इस चैप्टर की थीम है इन द चैप्टर इन सेलिब्रेशन ऑफ बीइंग अलाइव इज रिटन बाय डॉक्टर क्रिश्चियन बर्नर्ड. ਤੇ ਇਸ ਦਾ ਚੈਪਟਰ ਹੈ ਤੇ ਇਸ ਦਾ ਲਿਖਿਆ ਹੋਇਆ. ਦ ਚੈਪਟਰ ਇਜ਼ ਬੇਸਡ ਔਨ ਦ ਆਈਡੀਆ that pleasure and pain are part and parcel of human life. ਤੇ ਸਾਨੂੰ ਇਹ ਦੱਸਦਾ ਵੀ pleasure ਤੇ pain ਹੈ ਉਹ human life ਦਾ part and parcel ਹੈ, ਵੀ ਸੁੱਖ ਦੁੱਖ ਆਉਂਦੇ ਰਹਿੰਦੇ ਨੇ. The writer and his wife met with an accident. He felt agony, fear and anger. ਵੀ ਉਸ ਰਾਈਟਰ ਤੇ ਉਸਦੀ ਵਾਈਫ ਦਾ ਐਕਸੀਡੈਂਟ ਹੋ ਗਿਆ ਤੇ ਉਹ ਐਗਨੀ ਹੁੰਦਾ ਪੇਨ ਤੋਂ ਵੀ ਜ਼ਿਆਦਾ ਜਿਹੜਾ ਸਟਰੋਂਗ ਵਰਡ ਹੈ ਐਗਨੀ, ਤੇ ਉਸਨੂੰ ਬਹੁਤ ਜ਼ਿਆਦਾ ਪੇਨ ਸੀਗੀ, ਦਰਦ ਸੀਗੇ, ਫੀਅਰ ਡਰ ਸੀਗਾ ਤੇ ਐਂਗਰ ਉਸਨੂੰ ਗੁੱਸਾ ਵੀ ਸੀਗਾ. One day the doctor experienced what he called Grand Prix. ਤੇ ਉਸਨੇ ਨਾ ਇੱਕ ਵਾਰੀ ਗਰਾਊਂਡ ਪ੍ਰੀ ਦੇਖੇ ਵੀ ਜਿਵੇਂ ਕਿ ਰੇਸਿੰਗ ਹੁੰਦੀ ਹੈ ਤੇ ਉਸ ਟਾਈਪ ਦਾ ਉਸਨੇ ਇੱਕ ਇਵੈਂਟ ਦੇਖਿਆ. ਤੇ ਹਸਪੀਟਲ ਵਿੱਚ ਕਿਹੜਾ ਇਵੈਂਟ ਸੀਗਾ? Two young boys started pushing the breakfast trolley. They took up the roles of the driver and the mechanic. The mechanic was totally blind and driver had only one arm. They put on quite a good show. The writer learned an important lesson from them that the business of living is a celebration of being alive. We should move forward in life rather than complain and cry. We should not be sad over what we have lost. We must be happy what we have been left with. ਤੇ ਇਹ ਸੀਗਾ ਮੀਨਸ ਕਿ ਦੇਖਿਆ ਵੀ ਉਹ ਦੋ ਮੀਨਸ ਕਿ ਉਹ ਹੈਂਡੀਕੈਪਡ ਸੀਗੇ ਫਿਰ ਵੀ ਉਹ ਕਾਫੀ ਇੰਜੋਏ ਕਰ ਰਹੇ ਸੀਗੇ ਤੇ ਉਹਨਾਂ ਨੇ ਕਾਫੀ ਵਧੀਆ ਜਿਹੜਾ ਸ਼ੋਅ ਹੈ ਉਹ ਕੀਤਾ ਟਰਾਲੀ ਬ੍ਰੇਕਫਾਸਟ ਟਰਾਲੀ ਨੂੰ ਮੂਵ ਕਰਕੇ. ਤੇ ਇਸ ਤਰ੍ਹਾਂ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਨੂੰ ਇਹ ਸੈਡ ਨਹੀਂ ਹੋਣਾ ਚਾਹੀਦਾ ਕਿ ਜੋ ਸਾਡੇ ਕੋਲ ਨਹੀਂ ਹੈ ਤੇ ਸਾਡੇ ਕੋਲ ਜੋ ਹੈਗਾ ਸਾਨੂੰ ਉਸ ਨਾਲ ਖੁਸ਼ ਰਹਿਣਾ ਚਾਹੀਦਾ ਹੈ. ਅਗਲਾ ਕੁਐਸਚਨ ਹੈ ਹਾਊ ਡਿਡ ਦ ਡਰਾਈਵਰ ਐਂਡ ਦ ਮਕੈਨਿਕ ਪੁੱਟ ਅਪ ਐਨ ਐਂਟਰਟੇਨਿੰਗ ਸ਼ੋਅ ਵਿਦ ਦ ਅਨਅਟੈਂਡਡ ਟਰਾਲੀ. ਵੀ ਉਹਨਾਂ ਨੇ ਸ਼ੋਅ ਕਿਸ ਤਰ੍ਹਾਂ ਐਂਟਰਟੇਨਿੰਗ ਸੀਗਾ ਉਹਨਾਂ ਦਾ ਸ਼ੋਅ, ਤੇ ਉਹੀ ਹੈ ਜੋ ਕਿ ਅਸੀਂ ਪਿਛਲੇ ਕੁਐਸਚਨ ਵਿੱਚ ਪੜ੍ਹ ਚੁੱਕੇ ਹਾਂ ਤੇ ਉਹੀ ਲਿਖਣਾ ਹੈ. ਵਨ ਮਾਰਨਿੰਗ ਅ ਨਰਸ ਹੈਡ ਲੈਫਟ ਅ ਬ੍ਰੇਕਫਾਸਟ ਟਰਾਲੀ ਅਨਅਟੈਂਡਡ. ਤੇ ਇਸ ਤੋਂ ਬਾਅਦ ਅਸੀਂ ਉਹ ਲਿਖ ਸਕਦੇ ਹਾਂ. ਤੇ ਅਗਲਾ ਕੁਐਸਚਨ ਹੈ ਵਾਟ ਡੂ ਯੂ ਨੋ ਅਬਾਊਟ ਗਦਰ ਪਾਰਟੀ. ਗਦਰ ਪਾਰਟੀ ਦੇ ਬਾਰੇ ਤੁਹਾਨੂੰ ਕੀ ਪਤਾ? ਗਦਰ ਪਾਰਟੀ ਵਾਸ ਆਰਗੇਨਾਈਜ਼ਡ ਬਾਈ ਇੰਡੀਅਨ ਇਮੀਗ੍ਰੈਂਟਸ ਐਂਡ ਰੈਵੋਲੂਸ਼ਨਰੀ ਐਗਜ਼ਾਈਲਸ in USA and Canada in 1930 ਤੇ 1913 ਵਿੱਚ ਇੰਡੀਅਨ ਇਮੀਗ੍ਰੈਂਟਸ ਤੇ ਰੈਵੋਲੂਸ਼ਨਰੀ ਐਗਜ਼ਾਈਲਸ ਨੇ ਪਾਰਟੀ ਮਿਲ ਕੇ ਬਣਾਈ ਸੀਗੀ 1913 ਵਿੱਚ. ਤੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਪਕਨਾ, ਬਾਬਾ ਨਿਧਾਨ ਸਿੰਘ, ਕਰਤਾਰ ਸਿੰਘ ਸਰਾਭਾ ਐਂਡ ਵਿਸ਼ਨੂੰ ਗਣੇਸ਼ ਪਿੰਗਲੇ ਵਰ ਦ ਕੀ ਮੈਂਬਰਸ ਆਫ ਦ ਗਦਰ ਪਾਰਟੀ. ਤੇ ਇਹ ਮੁੱਖ ਮੈਂਬਰ ਸੀਗੇ ਉਸ ਪਾਰਟੀ ਦੇ. देयर एम वाज टू फ्री इंडिया फ्रॉम द ब्रिटिश रूल. ਤੇ ਇਹਨਾਂ ਦਾ ਮੇਨ ਏਮ ਕੀ ਸੀਗਾ ਕਿ ਭਾਰਤ ਨੂੰ ਆਜ਼ਾਦ ਕਰਵਾਉਣਾ ਬ੍ਰਿਟਿਸ਼ਰਸ ਤੋਂ. But the rebellion failed and most of its members were hanged or punished to long terms of life in jail, which is called cellular jail और काला पानी. ਤੇ ਰਿਬੇਲੀਅਨ ਨੇ ਫੇਲ ਹੋ ਗਿਆ ਤੇ ਕਈਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਤੇ ਕਈ ਮੈਂਬਰਸ ਨੂੰ ਸੈਲੂਲਰ ਜੇਲ ਵਿੱਚ ਕਾਲੇ ਪਾਣੀ ਦੀ ਜੇਲ ਵਿੱਚ ਹੈ ਉਹ ਕੈਦ ਕਰ ਦਿੱਤਾ ਗਿਆ. The members of Ghadar party were living martyrs. ਕਿ ਜਿਹੜੇ ਗਦਰ ਪਾਰਟੀ ਦੇ ਮੈਂਬਰ ਸਨ ਉਹ ਜ਼ਿੰਦਾ ਸ਼ਹੀਦ ਸਨ. ਤੇ ਦੋਸਤੋ ਇਹ ਸੀਗੇ ਲੌਂਗ ਕੁਐਸਚਨ ਆਨਸਰਸ ਫਰੋਮ ਸੈਕਸ਼ਨ A. ਤੇ ਇਸ ਤੋਂ ਇਲਾਵਾ ਅਗਲੇ ਵੀਡੀਓ ਵਿੱਚ ਅਸੀਂ ਮਿਲਾਂਗੇ ਪੋਇਮਸ ਦੇ ਸੈਂਟਰਲ ਆਈਡੀਆ ਵਾਲੀ ਵੀਡੀਓ ਦੇ ਨਾਲ. ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ. ਸਤਿ ਸ੍ਰੀ ਅਕਾਲ.